ਨੈਕਸਟ ਇਹ ਸਾਡੀ 5th ਵੀਡੀਓ ਹੈ ਅਤੇ ਨੈਕਸਟ ਅਸੀਂ ਗੱਲ ਕਰਾਂਗੇ ਕੰਸੀਡਰੇਸ਼ਨ ਦੀ। ਕੰਸੀਡਰੇਸ਼ਨ ਦੇ ਲਈ ਇੱਕ ਲੀਗਲ ਟਰਮ ਯੂਜ਼ ਹੁੰਦੀ ਹੈ ਜੋ ਕਿ ਹੈ ਕੁਇਡ ਪ੍ਰੋ ਕਿਊ, ਜਿਹਦਾ ਮਤਲਬ ਹੁੰਦਾ ਹੈ ਸਮਥਿੰਗ ਇਨ ਰਿਟਰਨ, ਮਤਲਬ ਕੁਛ ਰਿਟਰਨ ਵਿੱਚ ਲੈਣਾ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਕੰਸੀਡਰੇਸ਼ਨ। ਹੁਣ ਕੰਸੀਡਰੇਸ਼ਨ ਜਿਹੜਾ ਸਾਡੇ ਕੰਟਰੈਕਟ ਐਕਟ ਹੈਗਾ ਉਹਦਾ ਸੈਕਸ਼ਨ 2D ਵਿੱਚ ਡਿਫਾਈਨ ਕੀਤਾ ਗਿਆ ਹੈ ਕੰਸੀਡਰੇਸ਼ਨ ਨੂੰ। ਸੈਕਸ਼ਨ 2D ਦੇ ਅਕੋਰਡਿੰਗ ਕੰਸੀਡਰੇਸ਼ਨ ਕੀ ਹੁੰਦਾ ਹੈ, ਵੈਨ ਐਟ ਦੀ ਡਿਜ਼ਾਇਰ ਆਫ ਦੀ ਪ੍ਰੋਮਿਸਰ, ਮਤਲਬ ਪ੍ਰੋਮਿਸਰ ਦੀ ਮਰਜ਼ੀ 'ਤੇ ਪ੍ਰੋਮਿਸੀ ਔਰ ਐਨੀ ਅਦਰ ਪਰਸਨ, ਪ੍ਰੋਮਿਸੀ ਜਾਂ ਕੋਈ ਹੋਰ ਪਰਸਨ ਕੀ ਕਰੇ, ਹੈਜ਼ ਡਨ ਔਰ ਐਬਸਟੇਨ ਫਰੋਮ ਡੂਇੰਗ, ਡਜ਼ ਔਰ ਐਬਸਟੇਨ ਫਰੋਮ ਡੂਇੰਗ, promises to do or abstain from doing such an act or abstinence is known as consideration। ਕੀ ਹੈ, ਜਾਂ ਤਾਂ ਉਹ ਕੁਛ ਕਰ ਰਿਹਾ ਹੈ ਮਤਲਬ ਐਕਟ ਨੂੰ ਕਰਨਾ, ਜਾਂ ਐਬਸਟੇਨ ਫਰੋਮ ਡੂਇੰਗ ਮਤਲਬ ਕਿਸੇ ਐਕਟ ਨੂੰ ਕਰਨ ਤੋਂ ਰੋਕਣਾ। ਦੋਨੋਂ ਹੀ ਕੰਡੀਸ਼ਨ ਵਿੱਚ ਅਗਰ ਉਹ ਕੁਛ ਕਰ ਰਿਹਾ ਜਾਂ ਨਹੀਂ ਕਰ ਰਿਹਾ ਅਤੇ ਉਹ ਕਿਹਦੀ ਡਿਜ਼ਾਇਰ 'ਤੇ ਹੈ, ਪ੍ਰੋਮਿਸਰ ਦੀ ਡਿਜ਼ਾਇਰ 'ਤੇ ਹੈ, ਉਹਨੂੰ ਕੀ ਕਹਿੰਦੇ ਆ, ਕੰਸੀਡਰੇਸ਼ਨ ਕਹਿੰਦੇ ਆ। ਜਿਹੜਾ ਐਕਟ ਹੈ ਉਹ ਪੋਜ਼ੀਟਿਵ, ਇਹਦੇ ਵਿੱਚ ਦੋ ਐਸਪੈਕਟ ਹੋ ਗਏ ਕੰਸੀਡਰੇਸ਼ਨ ਦੇ, ਇੱਕ ਹੋ ਗਿਆ ਨੈਗੇਟਿਵ ਐਸਪੈਕਟ ਅਤੇ ਇੱਕ ਹੋ ਗਿਆ ਪੋਜ਼ੀਟਿਵ। ਜਿਹੜਾ ਪੋਜ਼ੀਟਿਵ ਕੰਸੀਡਰੇਸ਼ਨ ਹੈ ਉਹ ਕਿਸ ਵਰਡ ਤੋਂ ਡਿਫਾਈਨ ਕੀਤਾ ਹੋਇਆ, ਐਕਟ ਤੋਂ, ਮਤਲਬ ਕਿਸੇ ਚੀਜ਼ ਨੂੰ ਕਰਨ ਲਈ ਕਿਹਾ ਗਿਆ ਹੈ ਕਿ ਮਿਸਟਰ ਏ ਅਗਰ ਫੋਰ ਐਗਜ਼ਾਮਪਲ ਪ੍ਰੋਮਿਸਰ ਹੈ, ਉਹਨੇ ਆਪਣੀ ਕਾਰ ਵੇਚਣੀ ਹੈ ਅਤੇ ਉਹ ਮਿਸਟਰ ਬੀ ਨੂੰ ਕਹਿੰਦਾ ਕਿ ਤੂੰ ਮੈਨੂੰ 2 ਲੱਖ ਰੁਪਏ ਦੇ, ਮੈਂ ਉਹਦੇ ਵਿੱਚ ਤੈਨੂੰ ਕਾਰ ਆਪਣੀ ਸੇਲ ਕਰੂੰਗਾ। ਹੁਣ 2 ਲੱਖ ਦੇਣ ਦੀ ਗੱਲ ਹੋ ਰਹੀ ਹੈ, ਕੋਈ ਐਕਟ ਕਰਨ ਦੀ ਗੱਲ ਹੋ ਰਹੀ ਹੈ। ਇਹਦੇ ਵਿੱਚ ਜਿਹੜਾ 2 ਲੱਖ ਦੀ ਅਮਾਊਂਟ ਹੈ ਉਹ ਕੀ ਹੋਗੀ, ਪੋਜ਼ੀਟਿਵ ਕੰਸੀਡਰੇਸ਼ਨ ਹੋਗੀ। ਅਤੇ ਅਗਰ ਅਗੀ ਐਬਸਟੀਨੈਂਸ ਕੀ ਹੈ, ਨੈਗੇਟਿਵ ਕੰਸੀਡਰੇਸ਼ਨ ਹੈ, ਨੈਗੇਟਿਵ ਐਕਟ ਹੈ। ਹੁਣ ਇਹਦੇ ਵਿੱਚ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਇੱਕ ਡੈਬਟਰ ਹੈ ਅਤੇ ਇੱਕ ਕ੍ਰੈਡੀਟਰ ਹੈ। ਮਿਸਟਰ ਐਕਸ ਹੈਗਾ, ਉਹਨੇ ਹੁਣ ਜਿਹੜਾ ਡੈਟਰ ਹੈ ਮਿਸਟਰ ਐਕਸ ਨੇ ਕੀ ਕੀਤਾ, ਮਿਸਟਰ ਵਾਈ ਤੋਂ ਲੋਨ ਲਿੱਤਾ 10 ਲੱਖ ਦਾ, ਅਤੇ ਬਾਅਦ ਵਿੱਚ ਮਿਸਟਰ ਐਕਸ ਕੀ ਕਰ ਦਿੰਦਾ, ਡਿਨਾਈ ਕਰ ਦਿੰਦਾ ਕਿ ਮੈਂ ਲੋਨ ਨਹੀਂ ਪੇ ਕਰਨਾ, ਅਤੇ ਮਿਸਟਰ ਵਾਈ ਕੀ ਕਹਿੰਦਾ ਕਿ ਮੈਂ ਤੈਨੂੰ ਸਿਊ ਕਰੂੰਗਾ, ਤੇਰੇ 'ਤੇ ਕੇਸ ਕਰੂੰਗਾ ਆਪਣੀ ਮਨੀ ਵਾਪਸ ਲੈਣ ਲਈ। ਇਹਦੇ ਵਿੱਚ ਮਿਸਟਰ ਐਕਸ ਕਹਿੰਦਾ ਹੈ ਕਿ ਅਗਰ ਤੂੰ ਮੈਨੂੰ 6 ਮੰਥ ਲਈ ਸਿਊ ਨਹੀਂ ਕਰਦਾ ਜਾਂ 6 ਮੰਥ ਲਈ ਮੇਰੇ 'ਤੇ ਕੇਸ ਨਹੀਂ ਕਰਦਾ ਤਾਂ ਮੈਂ ਤੈਨੂੰ 10 ਲੱਖ ਅਤੇ 1 ਲੱਖ ਐਕਸਟਰਾ ਦਊਂਗਾ। ਹੁਣ ਉਹਨਾਂ ਨੇ ਕੰਟਰੈਕਟ ਕਰ ਲਿਆ ਕਿ ਉਹਨੂੰ ਸਿਊ ਨਹੀਂ ਕਰੂਗਾ। ਇਹਦੇ 'ਤੇ ਵਾਈ ਐਗਰੀ ਹੋ ਜਾਂਦਾ ਅਤੇ ਉਹਨੂੰ 6 ਮੰਥ ਦਾ ਟਾਈਮ ਦੇ ਦਿੰਦਾ। ਇਹਦੇ 'ਤੇ ਹੁਣ ਐਕਸ ਨੇ ਕੰਸੀਡਰੇਸ਼ਨ ਦੇ ਵਿੱਚ ਕੀ ਮੰਗਿਆ ਕਿ ਉਹਨੂੰ ਸਿਊ ਨਹੀਂ ਕਰੇਗਾ, ਉਹ ਮਤਲਬ ਕਿਸੇ ਕੰਮ ਕਰਨ ਤੋਂ ਰੋਕਿਆ ਹੈ, ਸਿਊ ਕਰਨ ਤੋਂ ਰੋਕਿਆ ਹੈ। ਇਹ ਕੀ ਹੋ ਗਿਆ, ਨੈਗੇਟਿਵ ਕੰਸੀਡਰੇਸ਼ਨ ਹੋ ਗਈ। ਕਹਿੰਦੇ ਐਜ਼ ਪਰ ਸੈਕਸ਼ਨ 25 ਆਫ ਦੀ ਕੰਟਰੈਕਟ ਐਕਟ ਐਨ ਐਗਰੀਮੈਂਟ ਮੇਡ ਵਿਦਾਊਟ ਕੰਸੀਡਰੇਸ਼ਨ ਇਜ਼ ਵੋਇਡ। ਅਗਰ ਕੋਈ ਐਗਰੀਮੈਂਟ ਵਿਦਾਊਟ ਕੰਸੀਡਰੇਸ਼ਨ ਹੋ ਰਿਹਾ, ਮਤਲਬ ਇਨ ਰਿਟਰਨ ਜੋ ਪਰਸਨ ਕੁਛ ਨਹੀਂ ਮੰਗ ਰਿਹਾ ਜਾਂ ਪ੍ਰੋਮਿਸਰ ਕੁਛ ਨਹੀਂ ਡਿਜ਼ਾਇਰ ਕਰ ਰਿਹਾ, ਅਤੇ ਉਹ ਕੰਸੀਡਰੇਸ਼ਨ ਕੀ ਹੈ, ਉਹ ਐਗਰੀਮੈਂਟ ਕੀ ਹੈ, ਵੋਇਡ ਐਗਰੀਮੈਂਟ ਹੈ। ਲੀਗਲ ਰੂਲ ਕੀ ਕਹਿੰਦਾ ਹੈ ਕਿ ਕੰਸੀਡਰੇਸ਼ਨ ਕੀ ਇੱਕ ਅਸੈਂਸ਼ੀਅਲ ਐਲੀਮੈਂਟ ਹੈ ਕੰਟਰੈਕਟ ਦਾ, ਵਿਦਾਊਟ ਕੰਸੀਡਰੇਸ਼ਨ ਕੋਈ ਕੰਟਰੈਕਟ ਨਹੀਂ ਹੋ ਸਕਦਾ। ਹੁਣ ਅਸੀਂ ਗੱਲ ਕਰਾਂਗੇ ਅਸੈਂਸ਼ੀਅਲ ਐਲੀਮੈਂਟਸ ਆਫ ਦੀ ਕੰਸੀਡਰੇਸ਼ਨ ਜਾਂ ਰੂਲਸ ਰਿਗਾਰਡਿੰਗ ਦੀ ਕੰਸੀਡਰੇਸ਼ਨ, ਲੀਗਲ ਰੂਲਸ ਰਿਗਾਰਡਿੰਗ ਦੀ ਕੰਸੀਡਰੇਸ਼ਨ। ਪਹਿਲਾ ਪੁਆਇੰਟ ਆਉਂਦਾ ਕੰਸੀਡਰੇਸ਼ਨ ਮਸਟ ਮੂਵ ਐਟ ਦੀ ਡਿਜ਼ਾਇਰ ਆਫ ਦੀ ਪ੍ਰੋਮਿਸਰ, ਕਿ ਜਿਹੜਾ ਕੰਸੀਡਰੇਸ਼ਨ ਹੈ ਉਹ ਪ੍ਰੋਮਿਸਰ ਦੀ ਡਿਜ਼ਾਇਰ 'ਤੇ ਹੋਣਾ ਚਾਹੀਦਾ ਹੈ, ਮਤਲਬ ਜਿਹਨੇ ਪ੍ਰੋਮਿਸ ਕੀਤਾ ਉਹ ਕਿਸੇ ਚੀਜ਼ ਲਈ ਕਹਿ ਰਿਹਾ ਜਾਂ ਕਿਸੇ ਕੰਮ ਕਰਨ ਤੋਂ ਰੋਕ ਰਿਹਾ, ਉਹਦੇ ਉੱਤੇ ਹੋਣਾ ਚਾਹੀਦਾ। ਕੰਸੀਡਰੇਸ਼ਨ ਮੇ ਮੂਵ ਫਰੋਮ ਦੀ ਪ੍ਰੋਮਿਸੀ ਔਰ ਐਨੀ ਅਦਰ ਪਰਸਨ। ਕੁਛ ਕੇਸਿਸ ਵਿੱਚ ਕੀ ਹੋ ਸਕਦਾ ਕਿ ਕੰਸੀਡਰੇਸ਼ਨ ਕੋਈ ਹੋਰ ਪਰਸਨ ਵੀ ਅੱਗੋਂ ਕਰ ਸਕਦਾ ਹੈ, ਪ੍ਰੋਮਿਸੀ ਵੀ ਕਰ ਸਕਦਾ ਹੈ, ਜਾਂ ਕੋਈ ਐਨੀ ਅਦਰ ਪਰਸਨ ਵੀ ਕਰ ਸਕਦਾ ਹੈ। ਕਹਿੰਦੇ ਇਨ ਇੰਡੀਅਨ ਲਾਅ ਕੰਸੀਡਰੇਸ਼ਨ ਮੇ ਬੀ from the promisor or any other person who is not a party to the contract। any other person 'ਚ ਕੀ ਆ ਗਿਆ, ਸਟ੍ਰੇਂਜਰ ਦੀ ਗੱਲ ਹੋ ਰਹੀ ਹੈ ਕਿ ਸਟ੍ਰੇਂਜਰ ਵੀ ਕੰਸੀਡਰੇਸ਼ਨ ਦੇ ਸਕਦਾ ਹੈ। ਅਕੋਰਡਿੰਗ ਟੂ ਦੀ ਡੈਫੀਨੇਸ਼ਨ ਆਫ ਦੀ consideration it makes the position clear। in other words there can be a stranger to a contract there can be a stranger to a contract the consideration but not the stranger to a contract cannot sue। ਮਤਲਬ ਕੀ ਹੈ ਇਹਦਾ, ਕਿ ਜਿਹੜਾ ਸਟ੍ਰੇਂਜਰ ਹੁੰਦਾ ਕਿਸੇ ਕੰਟਰੈਕਟ ਦਾ ਉਹ ਕੰਸੀਡਰੇਸ਼ਨ ਪੇ ਕਰ ਸਕਦਾ ਬਟ ਉਹ ਸਿਊ ਨਹੀਂ ਕਰ ਸਕਦਾ। ਨੈਕਸਟ ਆ ਗਿਆ ਕੰਸੀਡਰੇਸ਼ਨ ਮਸਟ ਬੀ ਆਫ ਸਮਥਿੰਗ ਵੈਲਿਊ, ਮਤਲਬ ਕੁਛ ਜਿਹੜੀ ਕੰਸੀਡਰੇਸ਼ਨ ਉਹ ਐਵੇਂ ਦੀ ਹੋਣੀ ਚਾਹੀਦੀ ਹੈ ਜਿਹਦੀ ਕੁਛ ਵੈਲਿਊ ਹੋਵੇ, ਨਾ ਕਿ ਕੁਛ ਐਵੇਂ ਦੀ ਚੀਜ਼ ਜਿਹਦੀ ਲਾਅ ਦੀ ਆਈਜ਼ ਵਿੱਚ ਕੋਈ ਵੈਲਿਊ ਹੀ ਨਹੀਂ ਹੈ। ਇਟ ਮੇ ਬੀ ਐਨ ਐਕਟ ਐਬਸਟੀਨੈਂਸ ਔਰ ਫੋਰਬੀਅਰੈਂਸ ਔਰ ਅ ਰਿਟਰਨ ਪ੍ਰੋਮਿਸ। ਕੀ ਹੋ ਸਕਦਾ, ਉਹ
कोई एक्ट भी हो सकता है, मतलब वो किसी एक्ट ਨੂੰ ਕਰਨ ਲਈ ਵੀ ਕਹਿ ਸਕਦਾ ਹੈ ਕੰਸੀਡਰੇਸ਼ਨ 'ਚ, ਜਾਂ ਕਿਸੇ ਚੀਜ਼ ਤੋਂ ਰੋਕ ਵੀ ਸਕਦਾ ਹੈ, ਕੋਈ ਰਿਟਰਨ ਆਫ ਪ੍ਰੋਮਿਸ ਵੀ ਹੋ ਸਕਦਾ ਹੈ, ਕੁਛ ਵੀ ਹੋ ਸਕਦਾ ਹੈ। ਇਟ ਮੇ ਬੀ ਪਾਸਟ, ਪ੍ਰੈਜੈਂਟ, ਫਿਊਚਰ ਔਰ ਵਿਚ ਦ ਪ੍ਰੋਮਿਸਰ ਹੈਜ਼ ਆਲਰੇਡੀ ਨॉट ਬਾਊਂਡ ਟੂ ਡੂ। ਪਾਸਟ, ਫਿਊਚਰ, ਪ੍ਰੈਜੈਂਟ ਕੁਛ ਵੀ ਹੋ ਸਕਦੀ ਹੈ ਕੰਸੀਡਰੇਸ਼ਨ। ਇਟ ਮਸਟ ਨॉट ਬੀ ਅਨਲॉफुल। ਮੇਨ ਚੀਜ਼ ਕੀ ਹੈ ਕਿ ਉਹ ਅਨਲॉफुल ਨਹੀਂ ਹੋਣੀ ਚਾਹੀਦੀ। ਅਨਲॉफुल ਕੀ ਕੰਸੀਡਰ ਕਰਾਂਗੇ ਅਸੀਂ? ਫੋਰਬਿਡਨ ਬਾਏ ਲਾਅ, ਜਿਹੜੀ ਲਾਅ ਨੇ ਚੀਜ਼ ਰੋਕੀ ਹੋਈ ਹੈ ਉਹ ਚੀਜ਼ ਕੀ ਹੁੰਦੀ ਹੈ? ਅਨਲॉफुल, ਜਿਹੜੀ ਲਾਅ ਨੇ ਰੋਕ ਦਿੱਤੀ ਹੈ। ਔਰ ਇਜ਼ ਆਫ ਸੱਚ ਅ ਨੇਚਰ ਇਫ ਪਰਮਿਟਡ ਡਿਫੀਟ ਐਨੀ ਪ੍ਰੋਵੀਜ਼ਨ ਆਫ ਦੀ ਲਾਅ, ਜਾਂ ਉਹ ਲਾਅ ਦੀ ਕਿਸੇ ਪ੍ਰੋਵੀਜ਼ਨ ਨੂੰ ਡਿਫੀਟ ਕਰ ਰਿਹਾ, ਜਾਂ ਉਹ ਕੁਛ ਫਰੋਡੂਲੈਂਟ ਹੈਗੀ ਹੈ ਇਨ ਨੇਚਰ, ਜਾਂ ਫਿਰ ਉਹ ਕੋਰਟ ਨੇ ਉਹਨੂੰ ਇਮੋਰਲ ਜਾਂ ਅਪੋਜ਼ ਟੂ ਪਬਲਿਕ ਪੋਲਿਸੀ ਕੰਸੀਡਰ ਕੀਤਾ ਹੋਇਆ ਹੈ, ਜਾਂ ਇਨਵੋਲਵਸ ਜਾਂ ਇੰਪਲਾਈ ਕਰਦੀ ਇੰਜਰੀ ਟੂ ਦੀ ਐਨੀ ਪਰਸਨ ਔਰ ਪ੍ਰੋਪਰਟੀ। ਕੁਛ ਐਵੇਂ ਦੀ ਕੰਸੀਡਰੇਸ਼ਨ ਹੈ ਜਿਹਦੇ ਨਾਲ ਕਿਸੇ ਪਰਸਨ ਨੂੰ ਇੰਜਰੀ ਹੋ ਰਹੀ ਹੈ ਜਾਂ ਕਿਸੇ ਪ੍ਰੋਪਰਟੀ ਨੂੰ ਨੁਕਸਾਨ ਹੋ ਰਿਹਾ। ਨੈਕਸਟ ਆ ਗਿਆ ਟਾਈਪਸ ਆਫ ਕੰਸੀਡਰੇਸ਼ਨ। ਕੰਸੀਡਰੇਸ਼ਨ ਕੀ ਹੈ? 3 ਟਾਈਪਸ ਦੀ ਹੁੰਦੀ ਹੈ। ਪਹਿਲਾ ਪਾਸਟ ਕੰਸੀਡਰੇਸ਼ਨ, ਪ੍ਰੈਜੈਂਟ ਅਤੇ ਐਗਜ਼ੀਕਿਊਟਰੀ ਜਾਂ ਫਿਊਚਰ ਕੰਸੀਡਰੇਸ਼ਨ। ਜਿਹੜੀ ਪਾਸਟ ਕੰਸੀਡਰੇਸ਼ਨ ਹੁੰਦੀ ਹੈ ਉਹ ਵੈਲਿਡ ਇਨ ਇੰਡੀਆ ਹੁੰਦੀ ਹੈ, ਬਟ ਉਹ ਜਿਹੜਾ ਇੰਗਲਿਸ਼ ਲਾਅ ਹੈ ਜਾਂ ਇੰਗਲੈਂਡ ਵਿੱਚ ਵੈਲਿਡ ਨਹੀਂ ਹੁੰਦੀ। ਪਾਸਟ ਕੰਸੀਡਰੇਸ਼ਨ ਕੀ ਹੋਗੀ? ਜਿਹੜੀ ਆਲਰੇਡੀ ਕਰ ਚੁੱਕਿਆ ਹੈ ਉਹ ਕੰਮ, ਜਾਂ ਜਿਹੜੀ ਚੀਜ਼ ਆਲਰੇਡੀ ਹੋ ਚੁੱਕੀ ਹੈ ਉਹਨੂੰ ਅਸੀਂ ਐਜ਼ ਅ ਕੰਸੀਡਰੇਸ਼ਨ ਕੰਸੀਡਰ ਕਰ ਰਹੇ ਹਾਂ। ਪ੍ਰੈਜੈਂਟ ਕੀ ਹੈ? ਜੋ ਇਨ ਪ੍ਰੈਜੈਂਟ ਜਾਂ ਪੋਜ਼ੀਟਿਵ ਪ੍ਰੋਮਿਸ ਹੈ ਕੁਛ ਕਰਨ ਦਾ। ਐਗਜ਼ੀਕਿਊਟਰ ਕੀ ਹੈ? ਕੁਛ ਆਉਣ ਵਾਲੇ ਫਿਊਚਰ ਵਿੱਚ ਕੁਛ ਕਰਨ ਲਈ ਉਹ ਕਹਿ ਰਿਹਾ, ਜਿਵੇਂ ਕ੍ਰੈਡਿਟ ਸੇਲ ਹੋ ਗਈ, ਅਤੇ ਪ੍ਰੈਜੈਂਟ ਵਿੱਚ ਹੋ ਗਈ ਕੈਸ਼ ਸੇਲ, ਜਿਹੜੀ ਅਸੀਂ ਕੈਸ਼ 'ਤੇ ਹਜੇ ਕੁਛ ਸੇਲ ਕਰ ਰਹੇ ਹਾਂ। ਕ੍ਰੈਡਿਟ 'ਤੇ ਹੋ ਗਈ ਸਾਡੀ ਫਿਊਚਰ ਦੀ ਕੰਸੀਡਰੇਸ਼ਨ। ਹੁਣ ਇਹਦੇ ਵਿੱਚ ਕੋਈ ਵੀ ਕੋਂਬੀਨੇਸ਼ਨ ਹੋ ਸਕਦਾ ਹੈ। ਪਾਸਟ ਦਾ ਅਗਰ ਕੰਸੀਡਰੇਸ਼ਨ ਹੈ ਤਾਂ ਉਹ ਪ੍ਰੈਜੈਂਟ ਪਰਫੋਰਮੈਂਸ ਹੋ ਸਕਦੀ ਹੈ। ਕੋਈ ਵੀ ਜਿਹੜਾ ਕੋਂਬੀਨੇਸ਼ਨ ਉਹ ਚੱਲ ਸਕਦਾ ਹੈ। ਨੋ ਕੰਸੀਡਰੇਸ਼ਨ ਨੋ ਕੰਟਰੈਕਟ। ਸੈਕਸ਼ਨ 25 ਕੀ ਕਹਿੰਦਾ ਹੈ ਕਿ ਕੋਈ ਅਗਰ ਕੰਸੀਡਰੇਸ਼ਨ ਨਹੀਂ ਹੈ ਤਾਂ ਕੰਟਰੈਕਟ ਵੀ ਨਹੀਂ ਹੋਊਗਾ। As per section 25, an agreement made without the consideration is not void in following circumstances. ਜਰਨਲ ਰੂਲ ਕੀ ਕਹਿੰਦਾ ਕਿ ਅਗਰ ਕੋਈ ਕੰਟਰੈਕਟ ਵਿਦਾਊਟ ਕੰਸੀਡਰੇਸ਼ਨ ਕੀਤੀ ਗਿਆ ਹੈ ਤੇ ਉਹ ਵੋਇਡ ਕੰਟਰੈਕਟ ਹੋਊਗਾ। ਬਟ ਇਹਨਾਂ ਨੇ ਕੁਝ ਐਕਸੈਪਸ਼ਨ ਵੀ ਪ੍ਰੋਵਾਈਡ ਕੀਤੀ ਹੈ, ਜਿਹਦੇ 'ਚ ਅਗਰ ਇਨ ਐਕਸੈਪਸ਼ਨਸ ਵਿੱਚ ਉਹ ਕੰਟਰੈਕਟ ਫੋਲ ਕਰ ਰਿਹਾ ਤੇ ਉਹ ਕੰਟਰੈਕਟ ਵੈਲਿਡ ਕੰਟਰੈਕਟ ਮੰਨਿਆ ਜਾਊਗਾ, ਈਵਨ ਦੋ ਉਹ ਵਿਦਾਊਟ ਕੰਸੀਡਰੇਸ਼ਨ ਹੈਗੀ ਹੈ। ਪਹਿਲਾ ਆ ਗਿਆ ਪ੍ਰੋਮਿਸ ਮੇਡ ਆਊਟ ਆਫ ਦੀ ਨੈਚੁਰਲ ਲਵ ਐਂਡ ਇਫੈਕਸ਼ਨ, ਕਿ ਕੁਛ ਐਵੇਂ ਦਾ ਕੰਟਰੈਕਟ ਹੋਇਆ ਹੈ ਜਿਹਦੇ ਵਿੱਚ ਪਰਸਨ ਨੇ ਆਪਣੇ ਨੈਚੁਰਲ ਲਵ ਐਂਡ ਇਫੈਕਸ਼ਨ ਵਿੱਚ ਆ ਕੇ ਕੋਈ ਪ੍ਰੋਮਿਸ ਕੀਤਾ ਹੈ ਅਤੇ ਉਹਦੇ ਵਿੱਚ ਇਨ ਰਿਟਰਨ ਵਿੱਚ ਉਹਨੇ ਕੋਈ ਕੰਸੀਡਰੇਸ਼ਨ ਦੀ ਡਿਮਾਂਡ ਨਹੀਂ ਕੀਤੀ। ਉਹ ਕੰਟਰੈਕਟ ਵੀ ਵੈਲਿਡ ਕੰਟਰੈਕਟ ਹੋ ਸਕਦਾ ਹੈ। ਬਟ ਇਹਦੇ ਵਿੱਚ ਕੁਛ ਕੰਡੀਸ਼ਨਸ ਪ੍ਰੋਵਾਈਡਡ ਹੈ ਕਿ ਉਹ ਐਕਸਪ੍ਰੈਸ ਇਨ ਰਾਈਟਿੰਗ ਹੋਣਾ ਚਾਹੀਦਾ ਕੰਟਰੈਕਟ। ਇਟ ਇਜ਼ ਰਜਿਸਟਰਡ ਅੰਡਰ ਦੀ ਲਾਅ ਨੇ ਉਹਨੂੰ ਲਾਅ ਦੇ ਅੰਡਰ ਰਜਿਸਟਰ ਕਰਾਇਆ ਹੋਣਾ ਚਾਹੀਦਾ। ਉਹ ਨੈਚੁਰਲ ਲਵ ਐਂਡ ਅਫੈਕਸ਼ਨ ਦੇ ਕਰਕੇ ਹੀ ਅਰਾਈਜ਼ ਹੋਇਆ ਹੋਵੇ ਉਹ ਕੰਟਰੈਕਟ, ਅਤੇ ਉਹ ਪਾਰਟੀਜ਼ ਜਿਹੜੀਆਂ ਹੈ ਉਹ ਇੱਕ ਦੂਸਰੇ ਦੇ ਨੀਅਰ ਰਿਲੇਸ਼ਨਸ਼ਿਪ 'ਚ ਹੋਣ, ਮਤਲਬ ਦੋਨਾਂ ਦਾ ਆਪਸ ਵਿੱਚ ਕੁਛ ਰਿਲੇਸ਼ਨ ਹੋਣਾ ਚਾਹੀਦਾ ਦੋਨੋਂ ਪਾਰਟੀਜ਼ ਵਿੱਚ। ਨੈਕਸਟ ਆ ਗਿਆ ਪ੍ਰੋਮਿਸ ਟੂ ਕੰਪਨਸੇਟ ਫॉर ਵੋਲੰਟਰੀ ਸਰਵਿਸਿਜ਼। ਅਗਰ ਕੋਈ ਵੋਲੰਟਰੀ ਸਰਵਿਸਿਜ਼ ਦੇ ਰਿਹਾ ਅਤੇ ਜਿਹੜੀ ਜਿਹਨੂੰ ਉਹ ਪਰਸਨ ਉਹ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਅਤੇ ਉਹ ਪਰਸਨ ਉਹਨੂੰ ਕੰਪਨਸੇਟ ਕਰਨਾ ਚਾਹੁੰਦਾ, ਉਸ ਕੇਸ ਵਿੱਚ ਵੀ ਕੀ ਹੈ ਕਿ ਜਿਹੜੀ ਕੰਸੀਡਰੇਸ਼ਨ ਹੈ ਉਹ ਨਹੀਂ ਹੈ, ਪਰ ਜਿਹੜਾ ਇੱਕ ਕੰਟਰੈਕਟ ਹੈ ਉਹ ਵੈਲਿਡ ਕੰਟਰੈਕਟ ਹੋ ਜਾਊਗਾ। ਫੋਰ ਐਗਜ਼ਾਮਪਲ ਕਿ ਜਿਵੇਂ ਏ ਨੇ ਕੋਈ ਕੰਮ ਕੀਤਾ ਬੀ ਲਈ, ਮਤਲਬ ਜਿਵੇਂ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੈ, ਏ ਨੇ ਬੀ ਦਾ ਪਰਸ ਲੱਭ ਕੇ ਦਿੱਤਾ, ਆਲਦੋ ਬੀ ਨੇ ਨਹੀਂ ਕਿਹਾ ਸੀਗਾ ਕਿ ਮੇਰਾ ਪਰਸ ਲੱਭ ਕੇ ਦੇ, ਏ ਨੇ ਆਪਣੀ ਵੋਲੰਟਰੀ ਸਰਵਿਸਿਜ਼ ਦਿੱਤੀ, ਆਪਣੀ ਮਰਜ਼ੀ ਨਾਲ ਉਹ ਪਰਸ ਬੀ ਨੂੰ ਲੱਭ ਕੇ ਦਿੱਤਾ। ਬੀ ਕੀ ਕਰਦਾ ਇਨ ਰਿਟਰਨ 'ਚ ਉਹਨੂੰ ਕਹਿੰਦਾ ਕਿ ਮੈਂ ਠੀਕ ਹੈ ਤੈਨੂੰ 50 ਰੁਪੀਜ਼ ਦਾ ਰਿਵਾਰਡ ਦਊਂਗਾ, ਪ੍ਰੋਮਿਸ ਕਰਦਾ ਕਿ ਮੈਂ ਤੈਨੂੰ 50 ਰੁਪੀਜ਼ ਦਊਂਗਾ। ਹੁਣ ਇਹਦੇ ਵਿੱਚ ਕੀ ਹੋ ਗਿਆ ਕਿ ਏ ਨੇ ਤਾਂ ਪਹਿਲੇ ਬੀ ਨੇ ਤਾਂ ਕੋਈ ਕੰਸੀਡਰੇਸ਼ਨ ਨਹੀਂ ਆਫਰ ਕੀਤੀ ਸੀ, ਏ ਨੇ ਆਪਣੀ ਵੋਲੰਟਰੀ ਸਰਵਿਸਿਜ਼ ਦਿੱਤੀ ਸੀ। ਅਗਰ ਉਹ ਵੋਲੰਟਰੀ ਸਰਵਿਸਿਜ਼ ਨੂੰ ਕੰਪਨਸੇਟ ਕਰਨ ਲਈ ਕੁਛ ਦੇ ਰਿਹਾ ਅਤੇ ਉਹ ਵੀ ਕੀ ਹੈ ਇੱਕ ਵੈਲਿਡ ਕੰਟਰੈਕਟ ਮੰਨਿਆ ਜਾਊਗਾ। ਹੁਣ ਇਹਦੇ ਵਿੱਚ ਵੀ ਕੁਛ ਅਸੈਂਸ਼ੀਅਲ ਕੰਡੀਸ਼ਨਸ ਦੱਸੀਆਂ ਕਿ ਜਿਹੜੀ ਸਰਵਿਸ ਹੋਣੀ ਚਾਹੀਦੀ ਉਹ ਵੋਲੰਟਰੀ ਕੀਤੀ ਹੋਣੀ ਚਾਹੀਦੀ ਹੈ, ਉਹ ਪ੍ਰੋਮਿਸਰ ਦੇ ਲਈ ਹੀ ਕੀਤੀ ਹੋਣੀ ਚਾਹੀਦੀ ਹੈ, ਅਤੇ ਜਿਹੜਾ ਪ੍ਰੋਮਿਸਰ ਹੈ ਉਸ ਟਾਈਮ ਪ੍ਰੈਜੈਂਟ ਹੋਣਾ ਚਾਹੀਦਾ ਜਿਸ ਟਾਈਮ ਉਹ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾ ਰਹੀਆਂ, ਅਤੇ ਜਿਹੜਾ ਪ੍ਰੋਮਿਸਰ ਹੈ ਉਹਦੀ ਇੰਟੈਂਸ਼ਨ ਹੋਣੀ ਚਾਹੀਦੀ ਹੈ ਕਿ ਉਹਨੇ ਕੰਪਨਸੇਟ ਕਰਨਾ ਪ੍ਰੋਮਿਸਿਜ਼ ਨੂੰ, ਅਤੇ ਸਰਵਿਸ ਜਿਹੜੀ ਹੈ ਉਹ ਲੀਗਲ ਹੋਣੀ ਚਾਹੀਦੀ ਹੈ, ਉਹ ਇਲੀਗਲ ਨਹੀਂ ਹੋਣੀ ਚਾਹੀਦੀ। ਪ੍ਰੋਮਿਸ ਟੂ ਪੇ ਅ ਟਾਈਮ ਬਾਰਡ ਡੈਟ, ਅਤੇ ਅਗਰ ਕੋਈ ਟਾਈਮ ਬਾਰਡ ਡੈਟ ਹੈ, ਅਗਰ ਉਹਨੂੰ ਉਸ ਦੇ ਰਿਗਾਰਡਿੰਗ ਕੋਈ ਪ੍ਰੋਮਿਸ ਕੀਤਾ ਜਾਂਦਾ ਹੈ ਕਿ ਅਸੀਂ ਉਹਨੂੰ ਪੇ ਕਰਾਂਗੇ, ਉਸ ਟਾਈਮ ਵੀ ਕੀ ਹੈ ਜਿਹੜਾ ਕੰਟਰੈਕਟ ਹੈ ਉਹ ਵੈਲਿਡ ਕੰਟਰੈਕਟ ਹੈ।
ਕ੍ਰੀਏਸ਼ਨ ਆਫ ਏਜੰਸੀ, ਅਗਰ ਕੋਈ ਪਰਸਨ ਏਜੰਸੀ ਕ੍ਰੀਏਟ ਕਰ ਰਿਹਾ ਉਹਦੇ ਵਿੱਚ ਕੋਈ ਕੰਸੀਡਰੇਸ਼ਨ ਦੀ ਨੈਸੈਸਿਟੀ ਨਹੀਂ ਹੁੰਦੀ ਹੈ ਏਜੰਸੀ ਕ੍ਰੀਏਟ ਕਰਨ ਲਈ, ਉਸ ਟਾਈਮ ਵੀ ਕੀ ਉਹ ਕੰਟਰੈਕਟ ਕੀ ਹੈ, ਵੈਲਿਡ ਕੰਟਰੈਕਟ ਮੰਨੇ ਜਾਂਦੇ ਹੈ। ਕੰਪਲੀਟਡ ਗਿਫਟਸ, ਅਗਰ ਕਿਸੇ ਨੇ ਕੋਈ ਗਿਫਟ ਦਿੱਤਾ ਹੈ ਅਤੇ ਅਸੀਂ ਉਹ ਅਗਰ ਇੱਕ ਵਾਰ ਅਸੀਂ ਗਿਫਟ ਦੇ ਤਾ ਅਸੀਂ ਉਹਨੂੰ ਦੁਬਾਰਾ ਵਾਪਸ ਨਹੀਂ ਮੰਗ ਸਕਦੇ, ਉਹ ਕੀ ਇੱਕ ਕੰਪਲੀਟ ਗਿਫਟ ਹੋ ਜਾਂਦਾ, ਅਸੀਂ ਗਿਫਟ ਦੀ ਸਾਰੀ ਕੰਡੀਸ਼ਨ ਫੁਲਫਿਲ ਕਰਤੀਆਂ ਅਤੇ ਉਹ ਕੀ ਹੈ, ਵੈਲਿਡ ਗਿਫਟ ਮੰਨਿਆ ਜਾਊਗਾ, ਵੈਲਿਡ ਕੰਟਰੈਕਟ ਮੰਨਿਆ ਜਾਊਗਾ। ਕੰਟਰੈਕਟ ਆਫ ਗਾਰੰਟੀ ਵੀ ਇੱਕ ਵੈਲਿਡ, ਜਿਹਦੇ ਵਿੱਚ ਕੰਟਰੈਕਟ ਆਫ ਗਾਰੰਟੀ 'ਚ ਵੀ ਕੋਈ ਕੰਸੀਡਰੇਸ਼ਨ ਨਹੀਂ ਹੁੰਦੀ ਇਨ ਰਿਟਰਨ, ਉਹ ਵੀ ਇੱਕ ਵੈਲਿਡ ਐਗਰੀਮੈਂਟ, ਵੈਲਿਡ ਕੰਟਰੈਕਟ ਮੰਨਿਆ ਜਾਊਗਾ। ਰਮੀਸ਼ਨ ਦਾ ਵੀ ਕਿ ਅਗਰ ਕੁਛ ਲੈਸਰ ਪਰਫੋਰਮੈਂਸ ਹੋਈ ਹੈ ਕੰਟਰੈਕਟ ਵਿੱਚ, ਜਿੰਨਾ ਕਿਹਾ ਗਿਆ ਸੀ ਉਹ ਤੋਂ ਕੁਛ ਘੱਟ ਪਰਫੋਰਮ ਹੋਇਆ ਤਾਂ ਵੀ ਉਹ ਕੰਟਰੈਕਟ ਕੀ ਹੈ, ਵੈਲਿਡ ਕੰਟਰੈਕਟ ਮੰਨਿਆ ਜਾਊਗਾ। ਨੈਕਸਟ ਆ ਗਿਆ ਸਟੇਂਜਰ ਟੂ ਅ ਕੰਟਰੈਕਟ ਜਾਂ ਡਾਕਟ੍ਰਿਨ ਆਫ privity of contract. Doctrine of privity of the contract means that a contract is between the parties only and no third party can sue upon it. ਜਿਵੇਂ ਅਸੀਂ ਪਹਿਲੇ ਗੱਲ ਕੀਤੀ ਸੀ ਕਿ ਜਿਹੜਾ ਸਟੇਂਜਰ ਹੈ ਕਿਸੇ ਕੰਟਰੈਕਟ ਦਾ ਉਹ ਸਿਊ ਨਹੀਂ ਕਰ ਸਕਦਾ, ਆਲਦੋ ਜਿਹੜਾ ਸਟੇਂਜਰ ਹੈ ਉਹ ਕੰਸੀਡਰੇਸ਼ਨ ਦੇ ਸਕਦਾ ਬਟ ਉਹ ਸਿਊ ਨਹੀਂ ਕਰ ਸਕਦਾ। ਅਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨੇ ਇਹ ਰੂਲ ਇੱਕ ਆਪਣੀ ਕੇਸ ਵਿੱਚ ਡਿਸਾਈਡ ਕੀਤਾ ਸੀ, MC ਚਾਕੋ ਵਰਸਿਸ ਸਟੇਟ ਬੈਂਕ ਟ੍ਰੈਵੈਂਕੋਰ 'ਚ। ਇਟ ਇਜ਼ ਸੈਟਲਡ ਲਾਅ ਦੈਟ ਅ ਪਰਸਨ ਨਾਟ ਅ ਪਾਰਟੀ ਟੂ ਅ ਕੰਟਰੈਕਟ ਕੈਨ ਨਾਟ ਸਬਜੈਕਟ ਟੂ ਸਰਟਨ ਵੈਲ ਰਿਕੋਗਨਾਈਜ਼ਡ ਐਕਸੈਪਸ਼ਨ in force in the terms of contract. Under the English common law, only the person who is a party to contract can sue upon it, and in India the common law doctrine of privity of contract is applicable, and in the course of the time the courts have introduced the number of exceptions. ये ਕੀਤਾ ਹੈ ਕਿ ਕੋਰਟ ਨੇ ਟਾਈਮ ਟੂ ਟਾਈਮ ਇਸ ਰੂਲ ਦੀ ਵੀ ਐਕਸੈਪਸ਼ਨਸ ਕੱਢਤੀ ਹੈ ਕਿ ਕਿਸ ਕੇਸਿਸ ਵਿੱਚ ਜਿਹੜਾ ਸਟੇਂਜਰ ਹੈ ਉਹ ਸਿਊ ਕਰ ਸਕਦਾ ਹੈ, ਉਹ ਕੰਟਰੈਕਟ ਨੂੰ ਇਨਫੋਰਸ ਕਰਾ ਸਕਦਾ ਹੈ, ਕਿ ਉਹਦੇ ਵਿੱਚ ਵੀ ਉਹਨਾਂ ਨੇ ਐਕਸੈਪਸ਼ਨਸ ਮੈਂਸ਼ਨ ਕਰਤੀ ਆ। ਬਟ ਜਨਰਲ ਰੂਲ ਕੀ ਹੈ ਕਿ ਜਿਹੜਾ ਸਟੇਂਜਰ ਹੈ ਉਹ ਕਿਸੇ ਕੰਟਰੈਕਟ ਵਿੱਚ ਸਿਊ ਨਹੀਂ ਕਰ ਸਕਦਾ ਜਿਹੜਾ ਪਾਰਟੀ ਨਹੀਂ ਹੈ ਕੰਟਰੈਕਟ ਦੇ। ਇੰਡੀਆ ਲਾ ਜਿਹੜਾ ਹੈਗਾ ਉਹ ਸੇਮ ਹੈ ਇੰਗਲਿਸ਼ ਲਾਅ ਵਰਗਾ ਕਿ ਜਿਹੜਾ ਥਰਡ ਪਾਰਟੀ ਹੈ ਉਹ ਸਿਊ ਨਹੀਂ ਕਰ ਸਕਦੀ, ਬਟ ਇੰਡੀਆ ਨੇ ਕੀ ਕੀਤਾ ਕੁਝ ਐਕਸੈਪਸ਼ਨਸ ਪ੍ਰੋਵਾਈਡ ਕੀਤੀਆਂ। ਪਹਿਲਾ ਆ ਗਿਆ ਬੈਨੀਫਿਸ਼ਰੀ ਆਫ ਦੀ ਟਰਸਟ। ਅਗਰ ਕੋਈ ਪਰਸਨ ਬੈਨੀਫਿਸ਼ਰੀ ਹੈਗਾ ਟਰਸਟ ਤੋਂ ਰਿਲੇਟਿਡ ਤਾਂ ਉਹ ਕੀ ਕਰ ਸਕਦਾ, ਸਿਊ ਕਰ ਸਕਦਾ। ਫੋਰ ਐਗਜ਼ਾਮਪਲ ਇੱਕ A ਬੰਦਾ ਹੈ, ਉਹਨੇ B ਨੂੰ ਪ੍ਰੋਪਰਟੀ ਦਿੱਤੀ ਹੈ ਕਿ ਮੈਂ ਤੈਨੂੰ ਇਹ ਪ੍ਰੋਪਰਟੀ ਦੇ ਰਿਹਾ, ਇਹ ਤੂੰ ਗਰਲਸ ਦੀ ਐਜੂਕੇਸ਼ਨ ਲਈ ਯੂਜ਼ ਕਰਨੀ ਹੈ, ਟਰਸਟ ਬਣਾਉਣੀ ਹੈ। B ਇੱਕ ਟਰਸਟ ਹੈ, ਉਹਨੇ ਕਿਹਾ ਹੈ ਕਿ B ਤੁਸੀਂ ਇਸ ਪ੍ਰੋਪਰਟੀ ਨੂੰ ਯੂਜ਼ ਕਰੋ ਗਰਲਸ ਦੀ ਐਜੂਕੇਸ਼ਨ ਲਈ। ਅਗਰ ਉਹ ਟਰਸਟ ਕਿਸੇ ਫੀਮੇਲ ਚਾਈਲਡ ਨੂੰ ਫਰੀ ਐਜੂਕੇਸ਼ਨ ਨਹੀਂ ਪ੍ਰੋਵਾਈਡ ਕਰ ਰਹੀ ਅਤੇ ਫੀਮੇਲ ਕੀ ਕਰ ਸਕਦੀ ਹੈ, ਕੋਰਟ 'ਚ ਜਾ ਸਕਦੀ ਹੈ, ਉਹਨੂੰ ਸਿਊ ਕਰ ਸਕਦੀ ਹੈ। ਨੈਕਸਟ ਆ ਗਿਆ ਪ੍ਰੋਵੀਜ਼ਨ ਇਨ ਦੀ ਮੈਰਿਜ ਆਫ ਸੈਟਲਮੈਂਟ। ਅ ਸਟੇਂਜਰ ਟੂ ਅ ਕੰਟਰੈਕਟ ਕੈਨ ਸਿਊ ਔਨ ਦ ਕੰਟਰੈਕਟ ਵੇਅਰ ਦ ਪ੍ਰੋਵੀਜ਼ਨ ਇਜ਼ ਮੇਡ ਫॉर ਹਿਮ ਇਨ ਦੀ ਮੈਰਿਜ ਸੈਟਲਮੈਂਟ। ਅਗਰ ਕੋਈ ਪ੍ਰੋਵੀਜ਼ਨ ਉਹਦੇ ਲਈ ਹੀ ਬਣਾਈ ਗਈ ਹੈ ਇੱਕ ਮੈਰਿਜ ਦੀ ਸੈਟਲਮੈਂਟ ਵਿੱਚ, ਉਸ ਟਾਈਮ ਵੀ ਕੀ ਹੈ ਕਿ ਜਿਹੜਾ ਸਟੇਂਜਰ ਹੈ ਉਹ ਸਿਊ ਕਰ ਸਕਦਾ ਹੈ। ਨੈਕਸਟ ਕੰਡੀਸ਼ਨ ਹੈ ਪ੍ਰੋਵੀਜ਼ਨ ਫॉर ਮੇਨਟੇਨੈਂਸ ਆਫ ਮੈਰਿਜ maintenance or marriage expenses of the female member under a family arrangement. ਕੰਡੀਸ਼ਨ ਐਟ ਦ ਟਾਈਮ ਆਫ ਪਾਰਟੀਸ਼ਨ ਬਣਾਈ ਗਈ ਹੈ ਜਿਹਦੇ 'ਚ ਜਿਹੜੀ ਫੀਮੇਲ ਮੈਂਬਰ ਹੈਗੀ ਹੈ ਫੈਮਿਲੀ ਦੀ ਉਹਦੀ ਮੈਰਿਜ ਐਕਸਪੈਂਸਿਸ ਲਈ ਆ, ਉਹਦੀ ਮੇਨਟੇਨੈਂਸ ਲਈ ਹੈ। ਅਤੇ ਇਸ ਕੇਸ ਵਿੱਚ ਕੀ ਹੈ ਕਿ ਜਿਹੜੀ ਫੀਮੇਲ ਹੈ ਆਲਦੋ ਸਟੇਂਜਰ ਹੈ ਉਸ ਪਾਰਟੀਸ਼ਨ ਕੰਟਰੈਕਟ ਦੀ, ਬਟ ਉਹ ਆਪਣੇ ਰਾਈਟਸ ਨੂੰ ਇਨਫੋਰਸ ਕਰਾ ਸਕਦੀ ਹੈ। ਫੋਰਥ ਆ ਜਾਂਦਾ ਅਸਾਈਨੀ ਆਫ ਦੀ ਕੰਟਰੈਕਟ, ਮਤਲਬ ਜਿਹਨੂੰ ਬੈਨੀਫਿਟ ਹੋ ਰਿਹਾ ਉਸ ਕੰਟਰੈਕਟ ਤੋਂ। ਅਗਰ ਉਹ ਕੋਈ ਦੋ ਪਰਸਨ ਨੇ ਕੰਟਰੈਕਟ ਕੀਤਾ ਹੈ ਬਟ ਉਸ ਕੰਟਰੈਕਟ ਦਾ ਬੈਨੀਫਿਟ ਕੀ ਹੈ, ਥਰਡ ਪਰਸਨ ਨੂੰ ਹੈ, ਅਤੇ ਉਹ ਥਰਡ ਪਰਸਨ ਕੀ ਕਰ ਸਕਦਾ, ਸਿਊ ਕਰ ਸਕਦਾ। ਜਿਵੇਂ ਇੰਸ਼ੋਰੈਂਸ ਪੋਲਿਸੀ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਇੱਕ ਪਰਸਨ ਆਪਣੀ ਇੰਸ਼ੋਰੈਂਸ ਪੋਲਿਸੀ ਕਰਾਉਂਦਾ ਬਟ ਉਹਦਾ ਬੈਨੀਫਿਸ਼ਰੀ ਕੌਣ ਹੈ, ਉਹਦਾ ਕੋਈ ਫੈਮਿਲੀ ਮੈਂਬਰ ਹੁੰਦਾ, ਅਤੇ ਅਗਰ ਕੋਈ ਵੀ ਲੋੜ ਪੈਂਦੀ ਹੈ ਤਾਂ ਫੈਮਿਲੀ ਮੈਂਬਰ ਕੀ ਕਰ ਸਕਦਾ, ਉਸ ਇੰਸ਼ੋਰੈਂਸ ਪੋਲਿਸੀ ਨੂੰ ਇਨਫੋਰਸ ਕਰਾ ਸਕਦਾ। ਐਕਨੋਲੇਜਮੈਂਟ ਆਫ ਲਾਇਬਿਲਿਟੀ and where the promisor either by his conduct or acknowledgement or by the part performance or by estoppel creates privity of the contract between himself and the stranger can sue। ਕਿ ਜਿਹੜਾ ਪ੍ਰੋਮਿਸਰ ਹੁੰਦਾ ਉਹ ਆਪਣੇ ਕਿਸੇ ਐਕਟ ਤੋਂ ਐਵੇਂ ਦੀ ਚੀਜ਼ ਕ੍ਰੀਏਟ ਕਰ ਜਾਂਦਾ ਹੈ ਕਿ ਉਹ ਇੱਕ ਰਿਲੇਸ਼ਨਸ਼ਿਪ ਕ੍ਰੀਏਟ ਹੋ ਜਾਂਦਾ ਹੈ ਬਿਟਵੀਨ ਦੀ ਪ੍ਰੋਮਿਸਰ ਅਤੇ ਸਟੇਂਜਰ। ਉਸ ਕੇਸ ਵਿੱਚ ਵੀ ਕੀ ਹੈ ਕਿ ਸਟੇਂਜਰ ਸਿਊ ਕਰ ਸਕਦਾ ਹੈ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ A ਨੇ B ਨੂੰ 500 ਦਿੱਤੇ
ਕਿ ਇਹ 500 ਤੂੰ ਜਾ ਕੇ ਸੀ ਨੂੰ ਦੇ ਦੇ। ਹੁਣ ਇਹਦੇ ਵਿੱਚ ਕੀ ਹੈ ਕਿ ਬੀ ਸੀ ਨੂੰ ਜਾ ਕੇ ਕਹਿੰਦਾ ਕਿ ਤੈਨੂੰ ਜਿਹੜੇ 500 ਦੇਣੇ ਸੀ ਉਹ ਮੇਰੇ ਕੋਲ ਨੇ। ਹੁਣ ਸੀ ਕੀ ਕਰ ਸਕਦਾ ਹੈ, ਬੀ ਨੂੰ ਸਿਊ ਕਰ ਸਕਦਾ। ਆਲਦੋ ਕੰਟਰੈਕਟ ਕਿਹਦੇ ਵਿੱਚ ਸੀ, ਏ ਅਤੇ ਬੀ ਦੇ ਵਿੱਚ ਸੀ। ਏਜੰਸੀ ਆਫ ਕੰਟਰੈਕਟ ਵਿੱਚ ਵੀ ਜਿਹੜੀ ਏਜੰਟ ਇੱਕ ਕੋਈ ਕੰਟਰੈਕਟ ਹੈ ਐਂਟਰਡ ਇਨਟੂ ਬਾਈ ਦੀ ਏਜੰਟ ਔਨ ਦੀ ਬਿਹਾਫ ਆਫ ਦੀ ਪ੍ਰਿੰਸੀਪਲ ਕੈਨ ਬੀ ਇਨਫੋਰਸ ਬਾਈ ਦੀ ਪ੍ਰਿੰਸੀਪਲ ਈਵਨ ਦੋ ਹੀ ਇਜ਼ ਨੋਟ ਅ ਪਾਰਟੀ ਟੂ ਅ ਕੰਟਰੈਕਟ। ਅਗਰ ਕੋਈ ਏਜੰਟ ਕੰਟਰੈਕਟ ਕਰ ਰਿਹਾ ਕਿਸੇ ਪਰਸਨ ਨਾਲ ਅਤੇ ਆਪਣੇ ਪ੍ਰਿੰਸੀਪਲ ਦੇ ਬਿਹਾਫ 'ਤੇ ਉਸ ਕੇਸ ਵਿੱਚ ਕੀ ਹੈ ਕਿ ਪ੍ਰਿੰਸੀਪਲ ਜੋ ਹੈ ਉਹ ਵੀ ਸਿਊ ਕਰ ਸਕਦਾ ਹੈ, ਆਲਦੋ ਪਾਰਟੀ ਟੂ ਅ ਕੰਟਰੈਕਟ ਨਹੀਂ ਸੀ।